ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਦਾਸ ਨੇ ਕੱਲ ਤੋਂ ਇੱਕ ਵਿਚਾਰ ਆਰੰਭ ਕੀਤੀ ਸੀ। ਅਸੀਂ ਤਿੰਨਾਂ ਦੇ ਜੋੜ ਹਾਂ, ਤਨ, ਮਨ, ਆਤਮਾ। ਤਨ ਨੂੰ ਫਿਰ ਦੋ ਭਾਗਾਂ ਦੇ ਚ ਵੰਡਦੇ ਨੇ, ਅਨਮਈ ਕੋਸ਼, ਪ੍ਰਾਣਮਈ ਕੋਸ਼। ਮਨ ਨੂੰ ਵੀ ਦੋ ਭਾਗਾਂ ਦੇ ਚ ਵੰਡਦੇ ਨੇ, ਮਨਮਈ ਕੋਸ਼, ਵਿਗਿਆਨਮਈ ਕੋਸ਼। ਇਨ੍ਹਾਂ ਚਾਰਾਂ ਦਾ ਫਿਰ ਅੱਗੋਂ ਆਧਾਰ ਮੂਲ ਆਨੰਦਮਈ ਕੋਸ਼। ਇਹ ਚੂੰਕਿ ਅਨਮਈ ਕੋਸ਼ ਹੈ, ਤਨ, ਇਹ ਚੱਲਦਾ ਅਨ ਪਾਣੀ ਦੇ ਆਸਰੇ ਤੇ। ਸਾਢੇ ਤ੍ਰੈ ਮਣ ਦੇਵਰੀ, ਚੱਲੇ ਪਾਣੀ ਅੰਨ। ਥੋੜਾ ਜਿਹਾ ਦੁਹਰਾ ਦਿਆਂ ਤਾਂ ਕਿ ਲਿੰਕ ਜੁੜ ਜਾਏ। ਇਹ ਤਨ ਬਣਿਆ ਵੀ ਅੰਨ ਤੋਂ ਹੈ, ਭੋਜਨ ਤੋਂ ਬਣਿਆ, ਰੋਟੀ ਤੋਂ ਬਣਿਆ। जैसे मां की रकत पिता बिंद धारा, ये खून ते बिंद तो बने ते खून ते बिंद रोटी तो बनता है। खून ते बिंद भोजन तो बनता है। बिंद ते जिन पिंड किया अगन कुंड रहाया, ये बिंद तो बनता है। मां की रकत पिता बिंद धारा, पिता दा बिंद, मां दा लहू। लहू भोजन तो बनता है, बिंद भोजन तो बनता है। इंज कलो तो ये अनमई कोश भोजन तो बनया, रोटी तो बनया। जद बनया भोजन तो है, तो फिर ये जीवेगा भी भोजन दे आसरे थे। बिना भोजन तो नहीं जिंदा रह सकता। बनया जो भोजन तो है, ये अनमई कोश बनया जो रोटी तो है, रोटी तो बिना नहीं रह सकता। ये रोटी तो बनया होया शरीर अंतिम समय तक रोटी मंगेगा, भोजन मंगेगा, अन्न मंगेगा। लेकिन मनमयी कोश, विज्ञानमयी कोश रोटी तो नहीं बनया, भोजन तो नहीं बनया। वो फिर किस तरह बने? जिथे लंबी यात्रा करके तन रोटी तो बने, रोटी पच के किधरे खून बनी है, रोटी पच के किधरे बिंद बनी है। फिर बिंद ते खून दा संजोग होया वासना करके, फिर ये तन बनया लंबी यात्रा। मनमयी कोश, विज्ञानमयी कोश, ये सिद्धा ब्रह्म तो आया है, परमात्मा तो आया है। मन तू जोत स्वरूप है, अपना मोल पछाण। इस तरह मनमयी कोश, विज्ञानमयी कोश अति सूक्ष्म है, निराकार है। ये अन्नमयी कोश, प्राणमयी कोश आकार रखता है, वजूद रखता है। देख सकते हैं, अपना तन देख सकते हैं, दूसरे का तन देख सकते हैं। लेकिन असी दूसरे का सूक्ष्म शरीर नहीं देख सकते, दूसरे का मन नहीं देख सकते। थोड़ा जिहा यतन करिए, बहुत हिम्मत करिए, तो किधरे अपना मन थोड़ा जिहा महसूस कर सकते हैं, दूसरे का नहीं। एहो मन आर सी कोई गुरमुख देखे, कदी कदाई कोई कद गुरमुख। अपने सूक्ष्म शरीर दे दर्शन करता है कि ये शरीर मेरा की है। हुण दोहां दी तुलनात्मक गल मैं थोड़े सामने रखना चाहना। तन दे च श्वास चलते ने, खून गर्दिश करता है, दिल धड़कता है।
ਮਨਮਈ ਕੋਸ਼ ਦੇ 'ਚ ਵਿਚਾਰ ਚੱਲਦੇ ਨੇ, ਯਾਦਾਂ ਚੱਲਦੀਆਂ ਨੇ, ਸੋਚਣੀ ਚੱਲਦੀ ਹੈ। ਪ੍ਰਾਣ ਸਵਾਸਾਂ ਦਾ ਚੱਲਣਾ, ਦਿਲ ਦਾ ਧੜਕਣਾ, ਖੂਨ ਦਾ ਚੱਲਣਾ, ਇਹ ਅਨਮਈ ਕੋਸ਼ ਦੀ ਜ਼ਿੰਦਗੀ ਹੈ। ਵਿਚਾਰਾਂ ਦਾ ਚੱਲਣਾ, ਸੋਚਣੀ ਦਾ ਚੱਲਣਾ, ਸਿਮਰਤੀ ਦਾ ਚੱਲਣਾ, ਇਹ ਸੂਖਸ਼ਮ ਸਰੀਰ ਦੀ ਜ਼ਿੰਦਗੀ ਹੈ। ਪਰ ਦੇਖਣਾ ਪਏਗਾ ਵਿਚਾਰਾਂ ਦੇ 'ਚ ਚੱਲਦਾ ਕੀ ਹੈ, ਸੋਚਣੀ ਦੇ 'ਚ ਚੱਲਦਾ ਕੀ ਹੈ, ਯਾਦਾਂ ਦੇ 'ਚ ਚੱਲਦਾ ਕੀ ਹੈ। ਕਹਿੰਦੇ ਨੇ ਵਾਸ਼ਨਾ ਚੱਲਦੀ ਹੈ, ਵਾਸ਼ਨਾ ਚੱਲਦੀ ਹੈ। ਵਾਸ਼ਨਾ ਕਿਸ ਦੀ? ਪ੍ਰਭਤਾ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਰੂਪ ਦੀ ਵਾਸ਼ਨਾ, ਇਹ ਚੱਲਦੀ ਹੈ। ਯਾਦਾਂ ਦੇ 'ਚ, ਵਿਚਾਰਾਂ ਦੇ 'ਚ, ਸੋਚਣੇ ਦੇ 'ਚ। ਇਹ ਇੱਕ ਅਧਿਆਤਮਿਕ ਵਿਚਾਰ ਜ਼ਿੰਦਗੀ ਸਾਰੀ ਕਰਮ ਕਾਂਡ 'ਚ ਨਾ ਲੰਘ ਜਾਏ, ਇਸ ਵਾਸਤੇ ਮੈਂ ਇਹ ਅਰਜ਼ ਕੀਤਾ ਹੈ। ਇਹ ਕਥਾ ਕੀਰਤਨ ਵੀ ਅਸਥੂਲ ਸਰੀਰ ਦੀ ਲੋੜ ਨਹੀਂ ਹੈ। ਤੁਹਾਡੇ ਅਨਮਈ ਕੋਸ਼ ਦੀ ਪੂਰਤੀ ਇਸ ਕਥਾ ਨਾਲ ਨਹੀਂ ਹੋਵੇਗੀ, ਕੀਰਤਨ ਨਾਲ ਨਹੀਂ ਹੋਵੇਗੀ, ਪਾਠ ਨਾਲ ਨਹੀਂ ਹੋਵੇਗੀ, ਜਪ ਨਾਲ ਨਹੀਂ ਹੋਵੇਗੀ। ਅਗਰ ਇਸ ਨਾਲ ਹੋ ਸਕਦੀ ਹੈ, ਥੱਲੇ ਲੰਗਰ ਚਲਾਉਣ ਦੀ ਲੋੜ ਨਹੀਂ ਹੈ। ਇਹ ਭਜਨ, ਇਹ ਕਥਾ, ਇਹ ਕੀਰਤਨ, ਇਹ ਜਪ, ਇਹ ਸੂਖਸ਼ਮ ਸਰੀਰ ਦੀ ਲੋੜ ਹੈ। ਇਹ ਮਨਮਈ ਕੋਸ਼ ਦੀ ਲੋੜ ਹੈ। ਹੁਣ ਦੂਜਾ ਨੁਕਤਾ ਬਿਆਨ ਮੈਂ ਕਰਾਂ। ਨਾ ਸਮਝੀ ਦੇ ਕਾਰਨ ਕਰਕੇ ਪਸ਼ੂ ਕਈ ਦਫਾ ਨਾਲਿਆਂ ਦਾ ਗੰਦਾ ਪਾਣੀ ਵੀ ਪੀ ਲੈਂਦੇ ਨੇ, ਗਲਤ ਭੋਜਨ ਵੀ ਖਾ ਲੈਂਦੇ ਨੇ। ਜੋ ਨਹੀਂ ਖਾਣਾ ਚਾਹੀਦਾ ਸੂਅਰ ਉਹ ਵੀ ਖਾਂਦਾ ਰਹਿੰਦਾ ਹੈ, ਕੁੱਤੇ ਉਹ ਵੀ ਖਾਂਦੇ ਰਹਿੰਦੇ ਨੇ, ਗਲਤ ਆਹਾਰ ਵੀ ਕਰਦੇ ਰਹਿੰਦੇ ਨੇ, ਔਰ ਗੰਦਾ ਪਾਣੀ ਵੀ ਪੀਂਦੇ ਰਹਿੰਦੇ ਨੇ। ਮਨੁੱਖ ਥੋੜਾ ਜਿਹਾ ਸੁਚੇਤ ਤਨ ਦੇ ਤਲ ਤੇ ਜ਼ਰੂਰ ਹੈ। ਭੋਜਨ ਸਵੱਛ ਹੋਵੇ, ਪਾਣੀ ਬਿਲਕੁਲ ਸ਼ੁੱਧ ਹੋਵੇ, ਫਿਲਟਰ ਸ਼ੁਦਾ, ਹਵਾ ਦੇ 'ਚ ਪ੍ਰਦੂਸ਼ਣ ਨਾ ਹੋਵੇ। ਮਨ ਦੇ ਪ੍ਰਤੀ ਮਨੁੱਖ ਸੁਚੇਤ ਨਹੀਂ ਹੈ। ਜਿਵੇਂ ਪਸ਼ੂਆਂ ਦੀ ਆਦਤ ਬਣ ਜਾਂਦੀ ਹੈ ਗੰਦਾ ਪਾਣੀ ਪੀਣ ਦੀ, ਗੰਦੀ ਖੁਰਾਕ ਖਾਣ ਦੀ। ਮਹਾਰਾਜ ਕਹਿੰਦੇ ਨੇ ਫਿਰਦੀ ਫਿਰਦੀ ਦੈ ਦਿਸਾਂ, ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਏ। ਇਲ ਬੜੀ ਉੱਚੀ ਉੱਡਦੀ ਹੈ, ਪਹਾੜਾਂ ਤੋਂ ਵੀ ਉੱਚੀ ਉੱਡਣ ਲੱਗ ਪੈਂਦੀ ਹੈ, ਬੜੀਆਂ ਉਚਾਈਆਂ ਨੂੰ ਛੂੰਹਦੀ ਹੈ। ਪਰ ਜਿੱਥੇ ਗੰਦਗੀ ਪਈ ਹੋਵੇ, ਪੁਰੂਥਾ ਸੜਿਆ ਗਲਿਆ ਕੋਈ ਮਾਂਸ ਦਾ ਨਿੱਕਾ ਜਿਹਾ ਵੀ ਟੁਕੜਾ ਪਿਆ ਹੋਵੇ, ਇੱਕਦਮ ਉੱਪਰੋਂ ਥੱਲੇ ਆਉਂਦੀ ਹੈ, ਬੜੀ ਤੇਜ਼ੀ ਨਾਲ ਆਉਂਦੀ ਹੈ ਔਰ ਝਪਟਾ ਮਾਰਦੀ ਹੈ। ਮਨੁੱਖ ਦਾਰਸ਼ਨਿਕ ਹੈ, ਫਿਲਾਸਫਰ ਹੈ, ਚਿੰਤਕ ਹੈ, ਬੜਾ ਸਿਆਣਾ ਹੈ, ਬੜੀ ਪ੍ਰਵਾਜ਼ ਹੈ, ਬੜੀ ਉਡਾਰੀ ਹੈ, ਪਰ ਸੂਖਸ਼ਮ ਸਰੀਰ ਚੋਂਕਿ ਵਾਸ਼ਨਾ ਨਾਲ ਭਰਿਆ ਹੋਇਆ ਹੈ। ਵਾਸ਼ਨਾ ਪ੍ਰਭਤਾ ਦੀ, ਵਾਸ਼ਨਾ ਰੂਪ ਦੀ, ਵਾਸ਼ਨਾ ਪਦਾਰਥਾਂ ਦੀ। ਠੀਕ ਹੈ, ਉਡਾਰੀ ਬੜੀ ਉੱਚੀ ਹੋਵੇਗੀ, ਇੱਕਦਮ ਵਾਸ਼ਨਾ ਕਰਕੇ ਭ੍ਰਸ਼ਟ ਹੋ ਜਾਂਦਾ ਹੈ। ਚਾਹੇ ਚੋਟੀ ਦਾ ਦਾਰਸ਼ਨਿਕ ਹੈ, ਫਿਲਾਸਫਰ ਹੈ, ਵਿਚਾਰਕ ਹੈ, ਕਿਤਨੀ ਸੂਝ-ਬੂਝ ਰੱਖਦਾ ਹੈ। ਕੀ ਹੋਇਆ ਇਲ ਦੀ ਤਰ੍ਹਾਂ ਉੱਚਾ ਪਿਆ ਉੱਡਦਾ ਹੈ। ਵਿਚਾਰ ਬੜੇ ਉੱਚੇ ਨੇ, ਖਿਆਲ ਬੜੇ ਉੱਚੇ ਪੇਸ਼ ਕਰਦਾ ਹੈ, ਲੇਖਣੀ ਬੜੀ ਮਹਾਨ ਹੈ, ਕਵਿਤਾ ਬੜੀਆਂ ਉੱਚੀਆਂ ਨੇ। ਪਰ ਸਤਿਗੁਰ ਕਹਿੰਦੇ ਨੇ ਉੱਚਾ ਉੱਡਦਿਆਂ ਹੋਇਆਂ ਇਲ ਨੂੰ ਵੇਖ ਕੇ ਦੇ ਭੁਲੇਖੇ 'ਚ ਨਾ ਪੈਣਾ, ਇਹਦੀ ਮਾਨਸਿਕ ਬਿਰਤੀਆਂ ਵੀ ਉੱਚੀ ਨੇ। ਇਹ ਤੇ ਜਿੱਥੇ ਡਿੱਠਾ ਮਿਰਤਕੋ, ਕੋਈ ਮੁਰਦਾਰ ਪਿਆ ਹੋਵੇ, ਇਲ ਆ ਕੇ ਬੈਠ ਜਾਏਗੀ।
ਕਿਸੇ ਹੱਦ ਤੱਕ ਮਹਾਰਾਜ ਕਹਿੰਦੇ ਨੇ ਜੋ ਆਪਣਾ ਹੈ ਹੀ ਨਹੀਂ ਉਹ ਮੁਰਦਾਰ ਖਾਣਾ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਹ ਮੋਈ ਹੋਈ ਗਊ, ਇਹ ਮੁਰਦਾ ਗੁਸਤਾਖੀ ਮੋ ਬੜੇ ਬੜੇ ਸਿਆਣੇ ਖਾਂਦੇ ਨੇ ਜੋ ਹੱਕ ਹੈ ਹੀ ਆਪਣਾ ਨਹੀਂ। ਵੱਡਾ ਮੁਲਕ ਛੋਟੇ ਮੁਲਕ ਨੂੰ ਹਥਿਆ ਲੈਂਦਾ ਜੋ ਉਸ ਦਾ ਨਹੀਂ ਹੈ। ਵੱਡੀ ਕੌਮ ਛੋਟੀ ਕੌਮ ਨੂੰ ਦਬਾ ਕੇ ਖਾ ਜਾਂਦੀ ਹੈ ਜੋ ਉਸ ਦਾ ਹਿੱਸਾ ਨਹੀਂ ਹੈ। ਤਾਕਤਵਰ ਸ਼ਕਤੀਸ਼ਾਲੀ ਮਨੁੱਖ ਦੂਸਰੇ ਦੀ ਮਾਣ ਮਰਿਆਦਾ ਧਨ ਸੰਪਦਾ ਖੋਹ ਲੈਂਦਾ ਜੋ ਉਸ ਦਾ ਨਹੀਂ ਹੈ। ਜੋ ਉਸ ਦਾ ਨਹੀਂ ਹੈ ਮੁਰਦਾਰ ਹੈ। ਫਰਕ ਸਿਰਫ ਇਤਨਾ ਹੈ ਜੋ ਆਮ ਢੰਗ ਨਾਲ ਲੁੱਟੇ ਖਾਵੇ ਉਹਨੂੰ ਲੁਟੇਰਾ ਦੁਰਾਚਾਰੀ ਕਾਤਲ ਕਹਿ ਦਿੰਦੇ ਆ, ਪਰ ਜੋ ਵੱਡੇ ਢੰਗ ਨਾਲ ਕਰੇ ਉਹਨੂੰ ਹੁਕਮਰਾਨ ਕਹਿ ਦਿੰਦੇ ਆ। ਪਰ ਇੰਨੀ ਗੱਲ ਹੈ, ਹੋਰ ਕੁਝ ਵੀ ਨਹੀਂ ਹੈ। ਉਹਨੂੰ ਰਾਜਾ ਕਹਿ ਦਿੰਦੇ ਆ, ਉਹਨੂੰ ਬਾਦਸ਼ਾਹ ਕਹਿ ਦਿੰਦੇ ਆ। ਲੇਕਿਨ ਮੁਰਦਾਰ ਖਾਣ ਦੀ ਮਨੁੱਖ ਦੀ ਆਮ ਬਿਰਤੀ ਹੈ। ਇਸ ਵਾਸਤੇ ਗੁਰੂ ਨਾਨਕ ਨੇ ਇੱਲ ਨਾਲ ਤਸ਼ਬੀਹ ਦਿੱਤੀ ਹੈ। ਮਨੁੱਖ ਦੇ ਉੱਚੇ ਖਿਆਲਾਂ ਨੂੰ ਦੇਖ ਕੇ ਕਿਧਰੇ ਸੋਚ ਨਾ ਲੈਣਾ, ਇਹਦਾ ਜੀਵਨ ਵੀ ਬੜਾ ਉੱਚਾ ਹੋਵੇਗਾ। ਤੇ ਜਿੱਠੇ ਡਿਠਾ ਮਿਰਤਕੋ ਇੱਲ ਬੈਠੀ ਆਏ। ਅਸਥੂਲ ਸਰੀਰ ਰੋਜ਼ ਰੋਜ਼ ਕਮਜ਼ੋਰ ਹੁੰਦਾ ਹੈ, ਬਿਰਧ ਹੁੰਦਾ ਹੈ। ਸੂਖਸ਼ਮ ਸਰੀਰ ਰੋਜ਼ ਰੋਜ਼ ਜਵਾਨ ਹੁੰਦਾ ਹੈ, ਸ਼ਕਤੀਸ਼ਾਲੀ ਹੁੰਦਾ ਹੈ, ਬੁੱਢਾ ਨਹੀਂ ਹੁੰਦਾ। ਇੱਕ ਬੁੱਢਾ ਮਨੁੱਖ ਤਨ ਕਰਕੇ ਬੁੱਢਾ ਹੈ, ਵਾਸ਼ਨਾ ਕਰਕੇ ਬੁੱਢਾ ਨਹੀਂ ਹੈ। ਇੱਕ ਬੁੱਢਾ ਮਨੁੱਖ ਸਰੀਰ ਕਰਕੇ ਬੁੱਢਾ ਹੈ, ਤ੍ਰਿਸ਼ਨਾ ਕਰਕੇ ਬੁੱਢਾ ਨਹੀਂ ਹੈ, ਮਨ ਕਰਕੇ ਬੁੱਢਾ ਨਹੀਂ ਹੈ। ਮਨ ਤੋਂ ਮੁਰਾਦ ਵਾਸ਼ਨਾ ਦਾ ਪ੍ਰਭਾਵ, ਸੂਖਸ਼ਮ ਸਰੀਰ ਤੋਂ ਮੁਰਾਦ ਵਾਸ਼ਨਾਵਾਂ ਦਾ ਗੇੜ। ਇਹਦੀ ਵਾਸ਼ਨਾ ਬੁੱਢੀ ਨਹੀਂ ਹੋਈ। ਅਸਥੂਲ ਸਰੀਰ ਬੁੱਢਾ ਹੋ ਕੇ ਖਤਮ ਵੀ ਹੋ ਜਾਂਦਾ ਹੈ। ਸੂਖਸ਼ਮ ਸਰੀਰ ਖਤਮ ਹੀ ਨਹੀਂ ਹੁੰਦਾ ਕਿਉਂਕਿ ਵਾਸ਼ਨਾ ਬੁੱਢੀ ਨਹੀਂ ਆਉਂਦੀ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾ। ਮੁੜ ਮੁੜ ਵਾਸ਼ਨਾ ਮੇਰੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚ ਪਾਉਂਦੀ ਰਹਿੰਦੀ ਹੈ। ਤੋ ਜਨਮ ਚੱਲਦਾ ਰਹਿੰਦਾ ਹੈ, ਜਨਮ ਚੱਲਦਾ ਰਹਿੰਦਾ ਹੈ, ਮਰਨ ਚੱਲਦਾ ਰਹਿੰਦਾ ਹੈ ਇਸ ਅਸਥੂਲ ਸਰੀਰ ਦਾ, ਔਰ ਇਹਦੇ ਨਾਲ ਇਹ ਸੂਖਸ਼ਮ ਸਰੀਰ ਧੱਕੇ ਖਾਂਦਾ ਰਹਿੰਦਾ ਹੈ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਅਸਥੂਲ ਤਨ ਦੀ ਸੰਗਤ ਕਰਕੇ ਅਸਥੂਲ ਸਰੀਰ ਦੀਆਂ ਲੋੜਾਂ ਨੂੰ ਇਹ ਸੂਖਸ਼ਮ ਸਰੀਰ ਆਪਣੀਆਂ ਲੋੜਾਂ ਬਣਾ ਲੈਂਦਾ ਹੈ। ਤੋ ਤਨ ਦੀਆਂ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ, ਲੋਭ ਬਣ ਜਾਂਦੀ ਹੈ। ਤਨ ਦੀ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੈ, ਹੰਕਾਰ ਬਣ ਜਾਂਦੀ ਹੈ। ਤਨ ਦੀਆਂ ਤੇ ਲੋੜਾਂ ਨੇ ਅਧਿਕ ਸਰੀਰ ਦੀ ਸ਼ਕਤੀ, ਇਸ ਤਨ ਦੀ ਸ਼ਕਤੀ ਅਧਿਕ ਹੋ ਗਈ ਹੈ। ਤੋ ਕੁਦਰਤ ਨੇ ਨਿਕਾਸ ਦੇ ਸਾਧਨ ਬਣਾਏ ਨੇ। ਸੂਖਸ਼ਮ ਸਰੀਰ ਦਾ ਇਹ ਸਿਲਸਿਲਾ ਨਹੀਂ ਹੈ, ਲੇਕਿਨ ਇਸ ਵਾਸ਼ਨਾ ਨੂੰ, ਇਸ ਕਾਮ ਨੂੰ ਸੂਖਸ਼ਮ ਸਰੀਰ ਆਪਣੀ ਲੋੜ ਬਣਾ ਲੈਂਦਾ ਹੈ। ਤੋ ਫਿਰ ਕੀ ਆਉਂਦਾ ਹੈ? ਇਹ ਤਨ ਨੂੰ ਭ੍ਰਸ਼ਟ ਕਰਨ ਦੇ ਸਫਲ ਹੋ ਜਾਂਦਾ ਹੈ ਸੂਖਸ਼ਮ ਸਰੀਰ, ਮਨ। ਇਸ ਵਾਸਤੇ ਆਯੁਰਵੇਦ ਆਚਾਰੀਆ ਤੇ ਧਰਮ ਗ੍ਰੰਥ ਇੰਜ ਕਹਿੰਦੇ ਨੇ, 90% ਰੋਗ ਸੂਖਸ਼ਮ ਸਰੀਰ ਦੇ ਨੇ, ਮਾਨਸਿਕ ਨੇ, ਸਰੀਰਕ ਨਹੀਂ ਨੇ। ਨਹੀਂ ਨੇ। ਰੋਗ ਕਿਸੇ ਹੋਰ ਜਗ੍ਹਾ ਤੇ, ਉਸਦੀ ਬੁਨਿਆਦ ਕਿਸੇ ਹੋਰ ਜਗ੍ਹਾ ਹੈ, ਇਲਾਜ ਕਿਸੇ ਹੋਰ ਜਗ੍ਹਾ ਕੀਤਾ ਜਾ ਰਿਹਾ ਹੈ। ਅੱਜ ਤੱਕ ਇਸ ਸੰਬੰਧ ਵਿੱਚ ਬੜੇ ਤਜਰਬੇ ਹੋਏ। ਪਹਿਲੇ ਆਯੁਰਵੇਦ ਆਚਾਰੀਆ ਆਏ, ਫਿਰ ਯੂਨਾਨੀ ਇਲਾਜ ਆਇਆ, ਫਿਰ ਐਲੋਪੈਥੀ ਆਈ, ਹੋਮਿਓਪੈਥੀ ਆਈ,
अजकल नेचरपैथी का बड़ा जोर, भावें कुछ भी होवे रोगी तो उतने ही उतने, जो जो दिसे सो सो रोगी। नवे तो नवे हॉस्पिटल बनते जाते ने, नवे तो नवे मरीज पैदा हो रहे हैं, वड्डे वड्डे हस्पताल भरते जा रहे हैं, रोगियां नाल भरते जा रहे हैं, बनते जा रहे हैं, रोग तो ही नहीं मिटिया। जिसका रोग जरा सीमा तो अगे चला जाता है उन्होंने फिर हॉस्पिटल दाखिल करना पैंदा है। जिहदा रोग अजे सीमा दे चो चलदा फिरदा पे असीं उस तंदुरुस्त कहते हैं, नहीं है तंदुरुस्त, ये भी मैं अर्ज करते हैं, किधरे तंदुरुस्त ना समझ लेना। जो जो दिसे सो सो रोगी, रोग रहत मेरा सतगुरु जोगी। स्वस्थ नहीं है, ये तंदुरुस्त नहीं है। जिथे तक इसका मन स्वस्थ नहीं होया, तो पता है स्वस्थ के अखरी अर्थ की ने, संस्कृत का शब्द है, ये अर्थ ते सेहत कर लेंदे ने, तंदुरुस्ती कर लेंदे ने, लेकिन संस्कृत का यह स्वास्थ शब्द बड़ी अपने विच गहराई रखता है। स्वय स्थिति अपने विच टिक गया, हुण मन अपने विच आनंदित हो गया, टिक गया, ते परमात्मा की अंश है, भाव परमात्मा टिक गया, अपने घर टिक गया, उन्होंने कहते हैं स्वस्थ। जो स्वय स्थित हो गया, स्वयं विच स्थित हो गया, वो फिर हो सकता है शायद तन दे तल ते भी नवा नरोआ होवे। जिन्होंने तुसी तन दे तल ते तंदुरुस्त देखते हो नहीं ने, दिखाई दे रहे ने, रोग अजे जरा सीमा च है, यह भी मैं अर्ज कर दें, अजे जरा सीमा तो अगे नहीं गया। अनेका प्रकार के रोगां नाल देहरी भरी हुई है, लेकिन इहदियां जड़ां सूक्ष्म शरीर दे च ने, मन दे च ने। अस्थूल शरीर दे चों रोग निकलन, आयुर्वेद आचार्य अगे आए, होम्योपैथी आई, यूनानी इलाज आया, एलोपैथी है, और बड़े यतन ने, लेकिन गुस्ताखी माफ, मनुख दा मन किवें स्वस्थ होवे, स्वय स्थित अपने विच टिके, इहदे कोई मनुख उद्यम भी नहीं करता, यतन भी नहीं करता, समा भी नहीं कढ़दा, इहदी लोड़ भी नहीं समझदा। तो होंदा की पिया, रोज रोज मनुख दा मनमयी कोश, विज्ञानमयी कोश रोगी होंदा जा रहा है। इनू विज्ञानमयी कोश क्यों कहा? इहदे च शक्तियां बड़ियां ने, इहदे च बड़ा कुछ है, बशर्ते इसनू सुचेत करिए। तन की संगत करदियां करदियां, चूंकि तन जड़ है तो सूक्ष्म शरीर भी अचेत हो गया है। जैसी संगत वैसी रंगत, संगत का असर है। ये पंजे दे पंजे तत्त जड़ ने, जड़ की संगत करदियां करदियां सूक्ष्म शरीर भी जड़ हो गया, भाव अचेत हो गया, सौ गया। तो मैं कई दफा अर्ज की है, वाहिगुरु वाहिगुरु दा जप वाहिगुरु नूं सुणाण वास्ते नहीं, इस सुती हुई चेतना नूं जगाण वास्ते, इस सुते हुए मन नूं जगाण वास्ते। सिमर सिमर गुर सतगुर अपना, सोया मन जागाई। ये कितना जपिए, बारंग बार बार प्रभ जपिए, जपी जा, उतने चिर तक जपी जा जितने चिर तक मन पूरा जागदा नहीं। पूर्ण तौर ते जागया होया मनुख सूक्ष्म तल ते महाराज कहते ने, इस ग्रह में कोई जागृत रहे, इस ग्रह में कोई जागृत रहे। साबत वस्तु ओ अपनी लवे, साबत वस्तु की परमात्मा, परम रस परम आनंद। ये किसनों प्राप्त होंदा है? जिहदा मन पूर्ण तौर ते जाग गया।
ਕਹਿੰਦੇ ਨੇ ਇੱਕ ਭਾਗ ਹੀ ਜਾਗਿਆ, ਮਨ ਦੇ 9 ਭਾਗ ਸੁੱਤੇ ਪਏ ਨੇ। ਤੋ ਉਸ ਇੱਕ ਭਾਗ ਨੂੰ ਥੋੜਾ ਜਿਹਾ ਪਦਾਰਥਾਂ ਦਾ ਬੋਧ ਹੈ, ਥੋੜਾ ਜਿਹਾ ਸੰਸਾਰ ਦਾ ਬੋਧ ਹੈ, ਬਾਕੀ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਸ ਵਾਸਤੇ ਗੁਰਬਾਣੀ ਇੱਕ ਹੋਰ ਸ਼ਬਦ ਵਰਤਦੀ ਹੈ, ਜਾਗਤ ਸੋਇਆ ਜਨਮ ਗਵਾਇਆ। ਇਹ ਜਾਗਦਾ ਦਿਖਾਈ ਦੇ ਰਿਹਾ ਹੈ, ਜਦ ਕਿ ਟੋਟਲੀ ਸੁੱਤਾ ਪਿਆ ਹੈ। ਕੋਈ ਪਰਮਾਤਮਾ ਦਾ ਪਤਾ ਨਹੀਂ, ਕੋਈ ਪਰਮ ਰਸ ਦਾ ਪਤਾ ਨਹੀਂ, ਕੋਈ ਸਮਾਧੀ ਦਾ ਗਿਆਨ ਨਹੀਂ, ਕੋਈ ਪ੍ਰੇਮ ਦਾ ਪਤਾ ਨਹੀਂ, ਕੋਈ ਉਸ ਮਹਾਨ ਚਾਨਣ ਦਾ ਪਤਾ ਨਹੀਂ। ਜਾਗਤ ਦਿਖਾਈ ਦੇ ਰਿਹਾ, ਜਾਗਦਾ ਸੋਇਆ। ਇਹ ਤੇ ਸੂਖਸ਼ਮ ਸਰੀਰ ਦੇ ਤਲ ਤੇ ਸੋਇਆ ਹੋਇਆ ਹੈ, ਸੁੱਤਾ ਹੋਇਆ। ਜਾਗਤ ਸੋਇਆ ਜਨਮ ਗਵਾਇਆ। ਵਾਹਿਗੁਰੂ ਵਾਹਿਗੁਰੂ ਦੇ ਜਪ ਨਾਲ ਜਦ ਕੋਈ ਸੂਖਸ਼ਮ ਸਰੀਰ ਨੂੰ ਅੱਧ ਤੋਂ ਵੱਧ ਜਗਾ ਲੈਂਦਾ ਹੈ, ਐਸੇ ਮਨੁੱਖ ਨੂੰ ਕੋਈ ਗੈਬੀ ਸ਼ਕਤੀਆਂ ਮਿਲ ਜਾਂਦੀਆਂ ਨੇ, ਜਿਹਨੂੰ ਰਿਧੀਆਂ ਸਿੱਧੀਆਂ ਵੀ ਕਹਿ ਦਿੰਦੇ ਨੇ। ਐਸਾ ਮਨੁੱਖ ਉਸ ਸੂਖਸ਼ਮ ਸਰੀਰ ਨੂੰ ਆਪਣੇ ਸਰੀਰ ਦੇ ਚੋਂ ਕੱਢ ਵੀ ਸਕਦਾ ਹੈ, ਕਿਧਰੇ ਲੈ ਜਾ ਵੀ ਸਕਦਾ ਹੈ, ਫਿਰ ਵਾਪਸ ਲਿਆ ਸਕਦਾ ਹੈ। ਤੁਸੀਂ ਆਖੋਗੇ ਮੈਂ ਕੀ ਆਖਦਾ ਪਿਆ, ਸਾਡੇ ਗੁਰਮਤ ਦੇ ਵਿੱਚ ਵੀ ਐਸਾ ਹੁੰਦਾ ਰਿਹਾ। ਬਾਬਾ ਰਾਮ ਰਾਏ ਕਰਦੇ ਰਹੇ, ਹਰ ਦੂਜੇ ਤੀਜੇ ਮਹੀਨੇ ਉਹ ਐਸਾ ਕਰ ਲੈਂਦੇ ਸਨ, ਫਿਰ ਵਾਪਸ ਆ ਜਾਂਦੇ ਸਨ। ਇੱਕ ਦਫਾ ਆਪਣੀ ਪਤਨੀ ਨੂੰ ਕਿਹਾ, ਮੈਂ 1 ਹਫ਼ਤੇ ਬਾਅਦ ਆਣਾ ਹੈ, ਮੇਰੇ ਇਸ ਦੇਹੀ ਦਾ ਖਿਆਲ ਰੱਖੇਂ, ਮੇਰੇ ਸਰੀਰ ਦਾ ਖਿਆਲ ਰੱਖੇਂ, ਕਿਉਂਕਿ ਕੁਝ ਮਸੰਦ ਮੇਰੇ ਦੁਸ਼ਮਣ ਨੇ ਤੇ ਮੈਨੂੰ ਮੁਰਦਾ ਜਾਣ ਕੇ ਕਿਧਰੇ ਹੋਰ ਅਨਰਥ ਨਾ ਕਰ ਬੈਠਣ। ਪਤਨੀ ਨੇ ਕਿਹਾ, ਮੈਂ ਦੱਸਾਂਗੀ ਨਹੀਂ ਕਿਸੇ ਨੂੰ। ਲੇਕਿਨ ਮਸੰਦਾਂ ਨੂੰ ਪਤਾ ਚੱਲ ਗਿਆ। ਤੀਸਰੇ ਦਿਨ ਉੱਤੇ ਅਰਥੀ ਸਜਾ ਕੇ ਲੈ ਆਏ, ਬਈ ਰਾਮ ਰਾਏ ਗੁਜ਼ਰ ਗਏ ਨੇ, ਖਤਮ ਹੋ ਗਏ, ਆਪਾਂ ਲੈ ਜਾਣਾ ਹੈ, ਚਿਤਾ ਜਲਾਣੀ ਹੈ। ਹੁਣ ਇਹ ਮਸੰਦ ਬਹੁਤੇ ਸਨ, ਭ੍ਰਸ਼ਟ ਹੋ ਗਏ ਸਨ। ਇਹਨਾਂ ਦੀ ਗਲਤ ਵਰਤੋਂ ਰਾਮ ਰਾਏ ਕਰਦੇ ਰਹੇ, ਤਾਂ ਮਸੰਦ ਅੱਜ ਰਾਮ ਰਾਏ ਦੀ ਗਲਤ ਵਰਤੋਂ ਕਰਨ ਲੱਗ ਪਏ। ਇਸ ਤਰ੍ਹਾਂ ਹੀ ਹੁੰਦਾ ਹੈ। ਚਿਤਾ ਤੇ ਲਿਟਾ ਦਿੱਤਾ ਹੈ ਸਰੀਰ। ਮਰਿਆ ਹੋਇਆ ਸਰੀਰ ਤੇ ਆਕੜ ਜਾਂਦਾ, ਪਰ 3 ਦਿਨ ਦਾ ਨਹੀਂ ਆਕੜਿਆ ਹੋਇਆ ਸੀ, ਇਹ ਮੁਰਦਾ ਨਹੀਂ ਸੀ, ਪਰ ਲਿਟਾ ਦਿੱਤਾ ਹੈ। ਕਫਨ ਪਾ ਕੇ ਲੈ ਚਲੇ। ਰੁਦਨ ਕਰਦੀ ਰਹਿ ਗਈ ਬਾਬਾ ਰਾਮ ਰਾਏ ਦੀ ਪਤਨੀ, ਸ਼ੋਰ ਸ਼ਰਾਬਾ ਪਾਉਂਦੀ ਰਹਿ ਗਈ। ਤੁਸੀਂ ਜ਼ਿੰਦਾ ਮਨੁੱਖ ਰਹਿ ਜਾ ਰਹੇ ਹੋ ਸ਼ਮਸ਼ਾਨ ਘਾਟ ਦੇ ਵਿੱਚ, ਪਰ ਨਹੀਂ ਮੰਨੇ ਮਸੰਦ। ਚਿਤਾ ਤੇ ਰੱਖ ਦਿੱਤਾ ਹੈ, ਅੱਗ ਵੀ ਲਾ ਦਿੱਤੀ ਹੈ, ਅੱਧਾ ਸਰੀਰ ਜਲ ਗਿਆ। ਗੁਰਪ੍ਰਤਾਪ ਸੂਰਜ ਦੀ ਕਥਾ ਜੋ ਸਾਰੇ ਇਤਿਹਾਸਕ ਸਥਾਨਾਂ ਵਿੱਚ ਹੁੰਦੀ ਹੈ। ਅੱਧਾ ਸਰੀਰ ਜਦ ਜਲ ਗਿਆ तो बाबा राम राय वापस आए, सूक्ष्म शरीर आया। पर हुण देही अद्धी तो ज्यादा जल चुकी सी, सूक्ष्म शरीर लई प्रवेश करने का साधन खत्म हो चुका सी। फिर भी प्रवेश करके इस अद्धे जले शरीर दे चों भी आवाज बुलंद होई, ऐ मसंदो तुसी मैनू जिंदा साड़िया, गुरु थानू जिंदा जलाएगा। इन्हां नू डेरादून दे धन गुरु गोबिंद सिंह जी महाराज ने महान जालम ते दुष्ट जान के जिंदा जला दिता। इतिहास है। राम राय अक्सर ऐसा कर लेंदे सन। शायद अपने शंकराचार्य दा नाम सुनिया होवे, वो भी कर लेंदा सी, इस तरह वो भी कर लेंदा सी। मंडन मिश्र जो मांडला दे च रहिंदे सन, उन्हां दे नां करके शहर का नाम मांडला है। मध्य भारत का एक वड्डा शहर है मांडला। इत्थे मंडन मिश्र रहिंदे सन, बड़े उच्च कोटि दे विद्वान। ते शंकराचार्य दा जमाना सी, ते उन्हां दिनां दे विच विचार वटांदरे दा एक ढंग आउंदा सी। जगह जगह विचार वटांदरा करना,
ਜਿਹੜਾ ਵਿਚਾਰ ਦੇ ਚ ਹਾਰ ਜਾਏ ਉਹਦੇ ਕੋਲ ਸਾਰੇ ਗ੍ਰੰਥ ਲੈ ਲੈਣ ਇਧਰ ਦੇ। ਹੁਣ ਇਹ ਗ੍ਰੰਥ ਪੜ੍ਹਨ ਦਾ ਤੇਰਾ ਹੱਕ ਨਹੀਂ ਹੈ। ਮੰਡਨ ਮਿਸ਼ਰ ਇਹ ਸ਼ੰਕਰਾਚਾਰੀਆ ਕੋਲ ਹਾਰ ਗਏ, ਜਦ ਕਿ ਸ਼ੰਕਰਾਚਾਰੀਆ ਨੂੰ ਜਗਤ ਗੁਰੂ ਵੀ ਕਹਿੰਦੇ ਸਨ। ਜਗਤ ਗੁਰੂ ਸ਼ੰਕਰਾਚਾਰੀਆ 4 ਮੱਠ ਇਸਨੇ ਬਣਾਏ ਔਰ ਇਸ ਢੰਗ ਨਾਲ ਪ੍ਰਚਾਰ ਕੀਤਾ। ਥੋੜੀ ਜਿਹਾ ਨਾਲ ਹਿੰਸਾ ਜੁੜ ਗਈ, ਬੌਧ ਧਰਮ ਦੇ ਪੈਰ ਹਿੰਦੁਸਤਾਨ ਦੇ ਚੋਂ ਉਖੜ ਗਏ। ਸ਼ੰਕਰਾਚਾਰੀਆ ਕਰਕੇ ਬੌਧ ਧਰਮ ਹਿੰਦੁਸਤਾਨ ਤੋਂ ਨਿਕਲਿਆ। ਬਹੁਤ ਸਾਰੇ ਤੇ ਮਾਰ ਦਿੱਤੇ ਗਏ, ਜ਼ਿੰਦਾ ਜਲਾ ਦਿੱਤੇ ਗਏ, ਕਤਲ ਕੀਤੇ ਗਏ, ਪਰ ਕੁਝ ਭਿਕਸ਼ੂ ਨਸ ਗਏ। ਤਿੱਬਤ, ਬਰਮਾ, ਲੰਕਾ, ਕੁਝ ਹੋਰ ਚੋਟੀ ਦੇ ਹੋਰ ਵੀ ਅੱਗੇ ਚਲੇ ਗਏ, ਚਾਈਨਾ, ਜਾਪਾਨ। ਸਾਰਾ ਏਸ਼ੀਆ ਜਿਹੜਾ ਅੱਜ ਬੁੱਧਿਸਟ ਹੈ, ਬਾਅਦ ਵਿੱਚ ਰਸ਼ੀਆ, ਅਫਗਾਨਿਸਤਾਨ ਵੀ ਇਸ ਦੀ ਲਪੇਟ 'ਚ ਆਇਆ। ਬੋਧੀ ਸਨ। ਇਹਦੇ ਪਿੱਛੇ ਤਾਲਿਬਾਨਾਂ ਨੇ ਬੋਧੀਆਂ ਦੇ ਵੱਡੇ ਵੱਡੇ ਮੰਦਰ ਗਿਰਾਏ ਨੇ। ਬੌਧ ਧਰਮ ਸਾਰੇ ਭਾਰਤ ਦੇ ਛਾਇਆ ਹੋਇਆ ਸੀ ਸ਼ੰਕਰਾਚਾਰੀਆ ਦੇ ਅਦਵੈਤਵਾਦ ਦੇ ਪ੍ਰਚਾਰ ਨਾਲ, ਔਰ ਇਸ ਦੇ ਨਾਲ ਹਿੰਸਾ ਜੁੜ ਗਈ। ਸੂਰਜਵੰਸ਼ੀ ਰਾਜਿਆਂ ਨੇ ਹਿੰਸਾ ਸ਼ੁਰੂ ਕਰ ਦਿੱਤੀ ਤਾਂ ਪੈਰ ਉਖੜ ਗਏ। ਮਹਾਤਮਾ ਬੁੱਧ ਨੇ ਭਿਕਸ਼ੂ ਤਿਆਰ ਕੀਤੇ ਸਨ, ਲੜਾਕ ਤੇ ਹੈ ਨਹੀਂ ਸਨ, ਤਾਂ ਪੈਰ ਉਖੜ ਗਏ। ਸ਼ੰਕਰਾਚਾਰੀਆ ਨੇ ਮੰਡਨ ਮਿਸਰ ਨੂੰ ਅਦਵੈਤਵਾਦ ਦੀ ਵਿਚਾਰ ਦੇ ਚ ਹਰਾ ਦਿੱਤਾ ਔਰ ਆਖਿਆ, ਮੰਡਨ ਜੀ ਹੁਣ ਜਿਤਨੇ ਗ੍ਰੰਥ ਨੇ ਮੇਰੇ ਹਵਾਲੇ ਕਰੋ ਔਰ ਮੇਰੀ ਕਦਮਾਂ ਤੇ ਝੁਕ ਕੇ ਹਾਰ ਤਸਲੀਮ ਕਰੋ। ਬੜੀ ਭੀੜ ਦੇ ਚ ਇਹ ਵਿਚਾਰ ਵਟਾਂਦਰਾ ਹੋਇਆ ਸੀ। ਮੰਡਨ ਮਿਸ਼ਰ ਜਦ ਕਬੂਲ ਕਰਨ ਲਈ ਖੜਾ ਹੋਇਆ ਹਾਰ, ਇਹਦੀ ਪਤਨੀ ਅੱਗੇ ਆ ਗਈ। ਉਹ ਸ਼ੰਕਰਾਚਾਰੀਆ ਨੂੰ ਕਹਿੰਦੀ ਹੈ, ਮੈਂ ਕੁਝ ਬਹੁਤ ਇੱਕ ਜ਼ਰੂਰੀ ਜਿਹਾ ਵਿਚਾਰ ਵੀ ਇਸ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ, ਉਹਨੂੰ ਵੀ ਧਿਆਨਪੂਰਵਕ ਸਰਵਣ ਕਰ ਲੈਣਾ। ਮੰਡਨ ਮਿਸ਼ਰ ਦੀ ਪਤਨੀ ਅੱਗੇ ਆ ਗਈ, ਕਹਿਣ ਲੱਗੀ ਸ਼ੰਕਰਾਚਾਰੀਆ ਨੂੰ, ਐ ਜਗਤ ਗੁਰੂ, ਇੱਕ ਗੱਲ ਸੁਣੋ। ਗ੍ਰਸਤੀ ਪੂਰਨ ਹੁੰਦਾ ਹੈ ਪਤਨੀ ਨਾਲ। ਤੁਸੀਂ ਮੰਡਨ ਮਿਸ਼ਰ ਨੂੰ ਹਰਾਇਆ, ਅਰਧ ਸਰੀਰ ਨੂੰ ਹਰਾਇਆ, ਪੂਰੇ ਨੂੰ ਨਹੀਂ। ਮੈਂ ਮੌਜੂਦ ਹਾਂ, ਮੈਨੂੰ ਹਰਾਓ ਤਾਂ ਮੰਡਨ ਮਿਸ਼ਰ ਦੀ ਹਾਰ ਹੋਵੇਗੀ, ਵਰਨਾ ਨਹੀਂ। ਇਸ ਤਰ੍ਹਾਂ ਤੁਸੀਂ ਆਪਣੀ ਜਿੱਤ ਦਾ ਨਾਰਾ ਨਹੀਂ ਲਾ ਸਕਦੇ। ਇਸ ਤਰ੍ਹਾਂ ਮੰਡਨ ਮਿਸ਼ਰ ਤੁਹਾਨੂੰ ਗ੍ਰੰਥ ਨਹੀਂ ਪੇਸ਼ ਕਰੇਗਾ, ਉਹ ਤੁਹਾਡੇ ਕਦਮਾਂ ਤੇ ਝੁਕ ਕੇ ਹਾਰ ਨਹੀਂ ਤਸਲੀਮ ਕਰੇਗਾ। ਤੁਸੀਂ ਮੈਨੂੰ ਹਰਾਓ। ਸ਼ੰਕਰਾਚਾਰੀਆ ਕਹਿਣ ਲੱਗੇ, ਠੀਕ ਹੈ, ਵਿਚਾਰ ਦਾ ਵਿਸ਼ਾ ਪਹਿਲੇ ਤੂੰ ਰੱਖਣਾ ਹੈ ਕਿ ਮੈਂ ਰੱਖਾਂ? ਮੰਡਨ ਮਿਸ਼ਰ ਦੀ ਪਤਨੀ ਕਹਿਣ ਲੱਗੀ, ਹੁਣ ਮੈਂ ਰੱਖਾਂਗੀ ਪਹਿਲੇ। ਉਹਨੇ ਕਾਮ ਸੂਤਰ ਅੱਗੋਂ ਰੱਖ ਦਿੱਤਾ। ਸ਼ਾਇਦ ਆਪ ਨੂੰ ਪਤਾ ਹੋਵੇ, ਰਿਸ਼ੀ ਵਾਤਸਾਇਨ ਹੋਏ ਨੇ ਜਿਨ੍ਹਾਂ ਨੇ ਸਿਰਫ ਕਾਮ ਦੇ ਉੱਤੇ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ। ਉਸ ਵਕਤ ਦੇ ਬੜੇ ਬੜੇ ਆਚਾਰੀਆ, ਸੰਤ, ਮਹੰਤ ਜਦ ਰਿਸ਼ੀ ਵਾਤਸਾਇਨ ਨੂੰ, ਕਿਉਂਕਿ ਰਿਸ਼ੀ ਸੀ, ਬੜਾ ਅਭਿਆਸੀ, ਸਮਾਧੀ ਲੀਨ, ਉਹਨੂੰ ਆਖਿਆ ਗਿਆ, ਇਹ ਤੂੰ ਕਿਸ ਵਿਸ਼ੇ ਤੇ ਲਿਖ ਰਿਹਾ? ਉਹਨੇ ਬੜੀ ਪ੍ਰਬਲ ਦਲੀਲ ਦਿੱਤੀ। ਲੋਭ ਤੇ ਲਿਖਿਆ ਵੀ ਜਾ ਸਕਦਾ ਹੈ, ਬੋਲਿਆ ਵੀ ਜਾ ਸਕਦਾ ਹੈ, ਤੇ ਲੋਭ ਕਰ ਕਰਕੇ ਜੋ ਲੋਕ ਭ੍ਰਸ਼ਟ ਹੋਏ ਨੇ ਉਹ ਵੀ ਬੋਲਿਆ ਜਾ ਸਕਦਾ ਹੈ। ਹੰਕਾਰ ਤੇ ਲਿਖਿਆ ਵੀ ਜਾ ਸਕਦਾ ਹੈ, ਬੋਲਿਆ ਵੀ ਜਾ ਸਕਦਾ ਹੈ, ਔਰ ਹੰਕਾਰ ਜਿਨ੍ਹਾਂ ਨੂੰ ਹਿੰਸਕ ਬਣਾ ਦਿੰਦਾ ਹੈ ਤੇ ਮਹਾਨ ਜ਼ਾਲਮ ਬਣਾ ਦਿੰਦਾ ਹੈ ਤੇ ਅਨਰਥ ਕਰਦੇ ਨੇ, ਇਸ ਤੇ ਵੀ ਬੋਲਿਆ ਜਾ ਸਕਦਾ ਹੈ। ਕ੍ਰੋਧ ਤੇ ਵੀ ਬੋਲਿਆ ਜਾ ਸਕਦਾ ਹੈ, ਮੋਹ ਤੇ ਵੀ ਬੋਲਿਆ ਜਾ ਸਕਦਾ ਹੈ, ਪਰ ਕਾਮ ਜਿਹੜਾ ਇਸਤਰੀ ਨੂੰ ਗਨਕਾ ਬਣਾ ਦਿੰਦਾ ਹੈ ਤੇ ਪੁਰਸ਼ ਨੂੰ ਬਲਾਤਕਾਰੀ ਬਣਾ ਦਿੰਦਾ ਹੈ, ਅਗਰ ਸੀਮਾ ਤੋਂ ਅੱਗੇ ਹੋ ਜਾਏ, ਕਿਉਂ ਨਹੀਂ ਬੋਲਿਆ ਜਾ ਸਕਦਾ, ਕਿਉਂ ਨਹੀਂ ਲਿਖਿਆ ਜਾ ਸਕਦਾ? ਰਿਸ਼ੀ ਵਾਤਸਾਇਨ, ਜਾਂ ਤੇ ਕਹੋ ਹਰ ਇੱਕ ਦਾ ਕਾਮ ਸੀਮਾ ਚਾਹੇ, ਕੋਈ ਭ੍ਰਸ਼ਟ ਨਹੀਂ ਆਉਂਦਾ, ਕੋਈ ਪੁਰਸ਼ ਬਲਾਤਕਾਰੀ ਨਹੀਂ, ਕੋਈ ਇਸਤਰੀ ਗਨਕਾ ਨਹੀਂ, ਗੁਸਤਾਖੀ ਮਾਫ,
सारी दुनिया दे धन खतरे च है, जान खतरे च है, इस्त्री दी असमत इज्जत आबरू खतरे च है सारी दुनिया च। क्यों? जिन्हां दा अहंकार सीमा तो वध गया वो किसी दे लई भी जान का खतरा बन सकते हैं। जिन्हां दा लोभ सीमा तो अगां वध गया वो किसी दी धन संपदा लई खतरा बन सकते हैं। किसी दा काम सीमा तो अगे चला गया वो किसी दी भी इज्जत आबरू असमत लई खतरा बन सकते हैं। तुसीं एक शहर का भी नां नहीं लै सकते, ये 3 खतरे इस शहर दे च नहीं ने, हर जगह ने, हर जगह ने। वात्सायन कहते ने, मैं इस विषय ते बोलांगा, इस वास्ते बोलांगा कि गनकापन जो स्त्री दे तल ते पैदा होंदा है खत्म होवे, बलात्कारी तल जो पुरुष दे तल ते होंदा है खत्म होवे। सारी दुनिया विच वख-वख साजो समान दे बाजार ने, सब्जी मंडी है, लोहा मंडी है, क्लॉथ मार्केट होंदी है। सारी दुनिया च स्त्रियां दे बाजार भी ने जिथे स्त्री दी असमत बिकदी है, इज्जत बिकदी है, सारी दुनिया च। इते मनुख है, इंसान है। पुरुष दा बलात्कारी होना, इस तरह का स्त्री का गनका हो जाना, ये दोहां दे तालमेल तो इस तरह का होया है। आपदी ज्ञात लई अर्ज करां, 10वें ग्रंथ विच एक भाग सतगुरु ने इस ते लिखिया है, गुरु गोबिंद सिंह ने, जिस दे उत्ते बड़ा रौला पाया कईयां ने। गुरु गोबिंद सिंह ऐसा नहीं लिख सकते। मैं उन्होंने जवाब दिता, हिंदू जगत विच एक ऋषि लिखदा है, उन्होंने तो ऋषि कहते हैं, संत कहते हैं। तो 10वें ग्रंथ दे बोल पढ़ के थोड़ियां उंगलियां उठ जांदियां ने गुरु गोबिंद सिंह थे। इस दलील का कोई जवाब नहीं सी। विवाद चलता पिया और जिन्हां ने लिखिया है करीबन करीबन अकाल तख्त तो तनखाइया करार दिते गए। मैं फिर अर्ज करा, जे मोह ते बोलिया जा सकता है, लिखिया भी जा सकता है। मोह मनुख नूं भ्रष्ट कर देंदा है। मोह तो मुराद मेरा, ये सिर्फ मेरा है, इस वास्ते मैनू चंगा लगता है। मैनू अपना करूप बच्चा भी चंगा लगता है, पड़ोसी का सुंदर भी नहीं चंगा लगता, क्योंकि जो मेरा है उस नाल मोह है, जो पड़ोसी का उहदे नाल मेरा मोह नहीं। मैनू अपना औगणहारा बच्चा भी चंगा लगता है क्योंकि मोह है। पड़ोसी का गुणवान बच्चा भी चंगा नहीं लगता क्योंकि मोह मेरा है ही नहीं। तो ये मोह भी बड़ा भ्रष्ट करता है। मेरा जो मेरा है ये उस नाल इंसाफ करता है, जो मेरा नहीं उस नाल बेइंसाफी करता है, उस नाल इंसाफ नहीं करता। इस वास्ते मोह भी मनुख नूं भ्रष्ट करता है, हंकार भी मनुख नूं भ्रष्ट करता है, लोभ भी मनुख नूं भ्रष्ट करता है, काम भी मनुख नूं भ्रष्ट करता है, और क्रोध भी इतना कठोर मनुख नूं बना देंदा है, बड़े बड़े अनर्थ करवा देंदा है। मंडन मिश्र दी पत्नी ने काम सूत्र दी चर्चा छेड़ी और कह दिता शंकराचार्य नो, या ते कहो 4 ही विषय ने, क्रोध है, लोभ है, मोह है, अहंकार है, पंजवा है ही नहीं। तो जे पंजवा है तो मैं इहदी तुहाडे नाल चर्चा करनी है। वो बेचारा बाल ब्रह्मचारी शंकराचार्य, काम दियां बारीकियां दा उसनूं बोध नहीं सी। काम असीम हो सके अभ्यास कर करके उस सारी बिरती नूं राम दा रस बना चुकिया सी। समाधि लीन सी पुरुष। काम सीमा तो वध होवे ये उसकी जिंदगी च हो नहीं सकता सी, और काम दा रूप बदल गया सी। काम राम दे च बदल गया। काम रस राम रस बन गया, नाम रस बन गया। ये भी किसी वक्त मैं थोड़े सामने खोलांगा। तो इसनूं कोई अनुभव नहीं सी। तो मंडन मिश्र दी पत्नी कहने लगी, या ते हार कबूल करो, अपने ग्रंथ मेरे हवाले करो।
या जिहड़े सूत्र मैं रखे ने इहदा खुलासा करो, जवाब दो। पता है शंकराचार्य ने हाथ जोड़ के आखे मैनू घट तो घट 4 महीने की मोहलत दे दे, 4 महीने बाद फिर चर्चा करांगे। तू मंडन मिश्र दी पत्नी है, एक महान विद्वान दी, इतना मौका मैनू दे। एक इस्त्री दे अगों वक़्त दा ओ पुरुष जिहदे नाल लकब जुड़िया है जगत गुरु शंकराचार्य, ਉਹ पुरुष जिसने बौद्ध धर्म के पैर हिंदुस्तान के उखाड़ के रख दिते, ਉਹ पुरुष जो महान विद्वान सी जिसने 4 मठ बनाए ने जिथों हिंदू धर्म बारे फैसला होंदा है। शायद आपनों पता होवे जब इंदिरा गांधी जगन्नाथपुरी दर्शन करने वास्ते गई, पुजारियां ने रोक दिता। तेरा पति फिरोज खान सी, इस मंदिर दे केवल जैन बौद्ध सिख ते हिंदू जा सकते हैं। पुजारियां ने रोक दिता। ये पेपरां सी, टीवी थे, बच्चे बच्चे दी जबान ते उस वक्त चढ़ी गल। इंदिरा कहने लगी तुसी धर्म दे मुखी नहीं हो, 4 मठां तो पहले फैसला कराओ मैं जा सकती हाँ कि नहीं जा सकती। उन्हां 4 मठां दे जो बैठे हुए ने मुखी, उन्होंने शंकराचार्य कहा जाता है अज दे, क्योंकि शंकराचार्य की गद्दी ते बैठे ने। 4 मठ उन्होंने बनाए सन, जिवें तख्त अकाल तख्त धन गुरु हरगोबिंद साहब जी महाराज ने बनाया, उत्थों दे सिरमौर नूं अकाल तख्त दा जथेदार कहंदे ने। वो 4 जिहड़े मठ ने उन्हां दे मुखिया नूं अज भी जगत गुरु शंकराचार्य कहंदे ने। अज भी 4 ने फैसला दे दिता। वैसे एक दा फैसला भी काबिले कबूल होता है। 4 ने फैसला दे दिता नहीं जा सकते, खाली हाथ वापस आना पिया। शायद आपको पता हो, मंदिर दे च नहीं जा सके। शंकराचार्य का हुक्म, किंतु परंतु करने की कोई गल ही नहीं। किसी हिंदू ने किंतु परंतु नहीं की।